अस्सलाम वालेकुम नाज़रीन, मैं राजा पाकिस्तानी ਤੁਹਾਡੇ ਸਭ ਵੀਰਾਂ, ਦੋਸਤਾਂ, ਭਰਾਵਾਂ, ਭੈਣਾਂ, ਬਾਜੀਆਂ ਸਾਰੇ ਪਾਕਿਸਤਾਨੀਆਂ ਨੂੰ ਮੇਰੀ ਤਰਫੋਂ ਨਵੇਂ ਸਾਲ ਦੀ ਮੁਬਾਰਕਬਾਦ। ਤੇ ਅੱਜ ਦਾ ਮੇਰਾ ਜਿਹੜਾ ਸ਼ੋਅ ਹੈ ਉਹ ਪੰਜਾਬੀ 'ਚ ਹੈ। ਤੇ ਅੱਜ ਸਾਨੂੰ ਜੁਆਇਨ ਕੀਤਾ ਮਾਰ ਨਾਸਰ ਸਾਹਿਬ ਨੇ ਤੇ ਅੱਜ ਮਾਰ ਨਾਸਰ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਤੇ ਜ਼ਰਾ ਨਵੇਂ ਸਾਲ ਦੀ ਮੁਬਾਰਕਬਾਦ ਵੀ ਉਹਨਾਂ ਨੂੰ ਦਿੰਦੇ ਹਾਂ। अस्सलाम वालेकुम मार साहब। वालेकुम अस्सलाम राजा साहब, क्या हाल है? ठीक है जी। अल्लाह दा एहसान जनाब। मार साहब ਤੁਹਾਨੂੰ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਮੁਬਾਰਕਬਾਦ। ਤੇ ਇੱਕ ਮਜ਼ੇ ਦੀ ਗੱਲ ਇਹ ਹੈ ਕਿ ਜਦੋਂ ਇਹ ਨਵਾਂ ਸਾਲ ਚੜ੍ਹਿਆ ਤੇ ਸਭ ਤੋਂ ਪਹਿਲੀ ਮੁਬਾਰਕਬਾਦ ਮੈਂ ਤੁਹਾਨੂੰ ਦਿੱਤੀ ਹੈ ਲਾਈਵ ਸ਼ੋਅ ਦੇ ਵਿੱਚ। ਮਾਸ਼ਾਅੱਲਾ ਜੀ, ਤੁਹਾਨੂੰ ਵੀ ਤੁਹਾਨੂੰ ਮੁਬਾਰਕ ਹੋਵੇ ਜੀ। ਖੈਰ ਮੁਬਾਰਕ। ਤੇ ਇਹ ਦੱਸੋ ਮਾਰ ਸਾਹਿਬ, ਤੁਹਾਡਾ ਇੱਕ ਮੁਖਤਸਰ ਜਿਹਾ ਆਪਣਾ ਤਾਰਫ ਕਰਾਓ ਨਾਜ਼ਰੀਨ ਵਾਸਤੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਮਾਰ ਸਾਹਿਬ ਜਿਹੜੇ ਨੇ ਉਹ ਕੀ ਕਰਦੇ ਨੇ ਤੇ ਕਿੱਥੇ ਰਹਿੰਦੇ ਨੇ ਤੇ ਉਹਨਾਂ ਦੇ ਕੀ ਸ਼ੁਗਲ ਮੇਲੇ ਨੇ। जी, मेरा नाम है मोहम्मद नासिर फ्रॉम पाकिस्तान, जिला साहिवाल, तहसील चीचावतली। फिलहाल मैं दुबई में हूँ। फिर मैंने ड्राइविंग लाइसेंस लिया अभी। नेक्स्ट टाइम इंशाल्लाह गाड़ी गुड़ी अपनी लेके अपना कारोबार शुरू करेंगे। सही है मार साहब, एक तो पंजाबी बोलनी है, ਉਰਦੂ ਨਹੀਂ ਬੋਲਣੀ। ਅੱਜ ਦਾ ਸਾਡਾ ਸ਼ੋਅ ਜਿਹੜਾ ਉਹ ਪੰਜਾਬੀ ਦੇ ਵਿੱਚ ਬਿਲਕੁਲ ਈਜ਼ੀ ਰਿਲੈਕਸ। ਜਿਹੜੇ ਸਾਡੇ ਦੋਸਤ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਵੀ ਨਵੇਂ ਸਾਲ ਦੀ ਮੁਬਾਰਕਬਾਦ। ਤੇ ਦੁਬਈ ਦੇ ਵਿੱਚ ਤੁਸੀਂ ਕਿੰਨੇ ਅਰਸੇ ਤੋਂ ਰਹਿ ਰਹੇ ਹੋ? ਮੈਨੂੰ ਤਕਰੀਬਨ 1.5 ਸਾਲ ਹੋ ਗਿਆ ਜੀ। ਅੱਛਾ, 1.5 ਸਾਲ ਹੋ ਗਿਆ, ਮਾਸ਼ਾਅੱਲਾ। ਤੇ ਤੁਸੀਂ ਕਿਸ ਵੀਜ਼ੇ ਤੇ ਆਏ ਹੋ ਇੱਥੇ? ਤੁਹਾਡੇ ਕੋਲ ਕਿਹੜਾ ਵੀਜ਼ਾ ਹੈ? ਮੇਰਾ ਆਜ਼ਾਦ ਵੀਜ਼ਾ ਸੀ। ਅੱਛਾ, ਆਜ਼ਾਦ ਵੀਜ਼ਾ, ਸਹੀ ਹੈ। ਤੇ ਆਜ਼ਾਦ ਵੀਜ਼ਾ ਕੀ ਹੁੰਦਾ ਹੈ? ਇਹ ਤੁਸੀਂ ਸਮਝਾ ਸਕਦੇ ਹੋ? ਜਿਹੜੇ ਸਾਡੇ ਪਾਕਿਸਤਾਨੀ ਭੈਣਾਂ ਭਰਾ ਪਾਕਿਸਤਾਨ ਤੋਂ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੋਈ ਦੱਸ ਸਕਦੇ ਹੋ ਕਿ ਆਜ਼ਾਦ ਵੀਜ਼ਾ ਕੀ ਹੁੰਦਾ ਹੈ? ਰਾਜ ਸਾਹਿਬ, ਆਜ਼ਾਦ ਵੀਜ਼ਾ ਨਹੀਂ ਹੁੰਦਾ, ਵੈਸੇ ਹੁੰਦਾ ਕਿ ਬੇਸਿਕਲੀ ਕੰਪਨੀ ਦਾ ਹੀ ਕੰਪਨੀ ਨੇ ਕੱਢਿਆ ਹੁੰਦਾ ਹੈ। ਅੱਛਾ, ਇਹ ਹੈ ਕਿ ਤੁਸੀਂ ਇੱਕ ਕੰਪਨੀ, ਅਗਰ ਤੁਸੀਂ ਇਸ ਕੰਪਨੀ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉੱਥੇ ਤੁਸੀਂ ਕੰਮ ਕਰ ਸਕਦੇ ਹੋ। ਉੱਥੇ ਅਗਰ ਨਹੀਂ ਤੁਸੀਂ ਉੱਥੇ ਚਾਹੁੰਦੇ ਉਹਨਾਂ ਕੋਲ ਤੁਸੀਂ ਐਨਓਸੀ ਲੈ ਕੇ ਤੁਸੀਂ ਕਿਸੇ ਹੋਰ ਬੰਨੇ ਕੰਮ ਕਰ ਸਕਦੇ ਹੋ। ਮਸਕੇ ਤੁਸੀਂ ਉੱਥੇ ਇਹ ਨਹੀਂ ਵੀ ਤੁਸੀਂ ਉਹਨਾਂ ਕੋਲ ਹੀ ਕੰਮ ਕਰਦੇ ਹੋ। ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਉੱਥੇ ਕੰਮ ਕਰ ਸਕਦੇ ਹੋ। ਆਜ਼ਾਦ ਦਾ ਇਹ ਹੁੰਦਾ ਹੈ। ਸਹੀ ਹੈ। ਇੱਕ ਨੰਬਰ 2 ਹੁੰਦਾ ਆਜ਼ਾਦ ਦਾ, ਜਦੋਂ ਤੁਸੀਂ ਕਿਤੇ ਆਣਾ ਜਾਣਾ ਹੋਵੇ, ਤੁਸੀਂ ਪਾਕਿਸਤਾਨ ਜਾਣਾ ਹੋਵੇ, ਜਦੋਂ ਮਰਜ਼ੀ ਤੁਸੀਂ ਜਾ ਸਕਦੇ ਹੋ। ਤੁਹਾਨੂੰ ਇਹ ਨਹੀਂ ਕੋਈ ਰੋਕੇਗਾ ਵੀ ਨਹੀਂ ਜੀ ਤੁਹਾਡਾ 2 ਸਾਲ ਦਾ ਵੀਜ਼ਾ ਤੁਸੀਂ ਅਸੀਂ ਨਹੀਂ ਜਾ ਸਕਦੇ। ਉਹ ਤੁਹਾਡੀ ਆਪਣੀ ਮਰਜ਼ੀ, ਜਦੋਂ ਦਿਲ ਕਰੋ ਤੁਸੀਂ ਚਲੇ ਜਾਓ ਸਾਰਾ। ਯਾਨੀ ਇਹਦਾ ਮਤਲਬ ਇਹ ਹੋਇਆ ਕਿ ਆਜ਼ਾਦ ਵੀਜ਼ਾ ਬੇਸਿਕਲੀ ਕੁਝ ਕੰਪਨੀਆਂ ਪੈਸੇ ਲੈ ਕੇ ਤੁਹਾਨੂੰ ਕਾਗਜ਼ਾਂ ਵਿੱਚ ਆਪਣਾ ਮੁਲਾਜ਼ਮ ਸ਼ੋਅ ਕਰਦੇ ਨੇ, ਲੇਕਿਨ ਹਕੀਕਤ ਵਿੱਚ ਉਹ ਤੁਹਾਨੂੰ ਮਾਰਕੀਟ ਵਿੱਚ ਭੇਜ ਦਿੰਦੇ ਨੇ ਕਿ ਤੁਸੀਂ ਜਾਓ ਆਪਣੀ ਮਰਜ਼ੀ ਦੀ ਜੌਬ ਤਲਾਸ਼ ਕਰ ਲਓ ਤੇ ਉਹ ਕਰ ਲਓ। ਹਾਂਜੀ ਰਾਜ ਸਾਹਿਬ, ਏਦਾਂ ਹੀ ਹੈ। ਬਸ ਉਹ ਆਪਦੇ ਪੈਸੇ ਲੈ ਲੈਂਦੇ ਵੀਜ਼ੇ ਦੇ, ਉਸ ਤੋਂ ਬਾਅਦ ਬੰਦਾ ਉਹਨਾਂ ਕੋਲ ਕੰਮ ਨਹੀਂ ਹੁੰਦਾ। ਕਹਿੰਦੇ ਤੁਸੀਂ ਆਪ ਜੋ ਦਿਲ ਕਰਨਾ ਤੁਸੀਂ ਕੰਮ ਕਰੋ ਆਪਣਾ। ਉਹ ਐਨਓਸੀ ਦੇ ਦਿੰਦੇ। ਅੱਛਾ, ਇਹ ਕਾਗਜ਼ਾਂ ਦੇ ਵਿੱਚ ਤੁਹਾਨੂੰ ਤਨਖਾਹ ਵੀ ਦਿੰਦੇ ਨੇ ਹਰ ਮਹੀਨੇ? ਤਨਖਾਹ ਦਿੰਦੇ ਨਹੀਂ, ਲੇਕਿਨ ਸ਼ੋਅ ਹੁੰਦੀ ਹੈ ਮੈਕਸਿਮਮ ਸ਼ੋਅ ਨਾਲ। ਇੱਕ ਨਾ ਐਗਰੀਮੈਂਟ ਕੀਤਾ ਹੁੰਦਾ ਉਹਨਾਂ ਨੇ ਵੀ ਅਸੀਂ ਇੰਨੀ ਇਹਨੂੰ ਆਪਣਾ ਜਿਹੜਾ ਭਲਾ ਇਹਨਾਂ ਦਾ ਮੁਲਾਜ਼ਮ ਹੋਏਗਾ ਜਾਂ ਜਿਹਨੂੰ ਵੀਜ਼ਾ ਦੇ ਸ਼ੋਅ ਕਰਦੇ ਨੇ ਅਸੀਂ ਉਹਨੂੰ ਸੈਲਰੀ ਦੇਵਾਂਗੇ। 1000 ਤੋਂ 1200 ਰੁਪਈਆ ਦਾ ਸੈਲਰੀ ਲਿਖਦੇ ਨੇ। ਠੀਕ ਹੈ। ਹਾਂਜੀ। ਤੇ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ 1.5 ਸਾਲ ਤੋਂ ਉੱਪਰ ਤੁਹਾਨੂੰ ਹੋ ਗਿਆ ਟਾਈਮ ਦੁਬਈ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਲੋਕ 1000 ਜਾਂ 1200 ਜਾਂ ਈਵਨ 1500 ਤੇ ਕੰਮ ਕਰ ਰਹੇ ਨੇ ਦੁਬਈ ਦੇ ਵਿੱਚ, ਉਹਨਾਂ ਦਾ ਲਾਈਫ ਸਟਾਈਲ ਕੀ ਹੈ? ਤੁਸੀਂ ਸਮਝਦੇ ਹੋ ਕਿ ਉਹ ਕੋਈ 4 ਪੈਸੇ ਬਚਾ ਪਾਉਂਦੇ ਨੇ ਆਪਣੀ ਫੈਮਿਲੀ ਵਾਸਤੇ, ਆਪਣੇ ਖਾਨਦਾਨ ਵਾਸਤੇ, ਆਪਣੇ ਜਿਹੜੇ ਉੱਥੇ ਉਹਨਾਂ ਦੇ ਐਲੋ ਅਯਾਲ ਨੇ, ਭੈਣ ਭਰਾ ਨੇ,
ਵਾਲਦੈਨ ਨੇ ਉਹਨਾਂ ਵਾਸਤੇ ਕੁਝ ਬਚਾ ਪਾਉਂਦੇ ਨੇ ਜਾਂ ਉਹਨਾਂ ਵਾਸਤੇ ਮੁਸ਼ਕਿਲ ਹੁੰਦਾ ਹੈ? ਰਾਜਾ ਸਾਹਿਬ ਬਹੁਤ ਹੀ ਮੁਸ਼ਕਲ ਹੈ ਇੱਥੇ। ਸੈਲਰੀ 11-1200 ਸਲੇਬ ਦੀ ਸੈਲਰੀ ਹੁੰਦੀ, ਉਹਦੇ 'ਚ ਉਹਨੇ ਖਾਣਾ ਵੀ ਖਾਣਾ ਹੈ, ਉਹਦੇ 'ਚ ਉਹਨੇ ਰਿਹਾਇਸ਼ ਵੀ ਕਰਨੀ ਹੈ। ਉਸ ਤੋਂ ਬਾਅਦ ਬੰਦਾ ਬਿਮਾਰ ਹੋ ਜਾਂਦਾ ਹੈ, ਉਹਦੇ 'ਚ ਦਵਾਈ ਵੀ ਲੈਣੀ ਹੈ, ਉਸ ਤੋਂ ਬਾਅਦ ਅੱਗੇ ਪਿੱਛੇ ਆਣਾ ਜਾਣਾ ਵੀ ਨਾ। ਬਸ ਥੋੜੇ ਬਹੁਤੇ ਬੰਦਾ ਜ਼ਿਆਦਾ ਤੋਂ ਜ਼ਿਆਦਾ ਘੱਟ ਤੋਂ ਘੱਟ ਵੀ ਖਾਵੇ ਤਾਂ ਕੋਈ 200-300 ਰੁਪਈਆ ਬਚਾ ਸਕਦਾ, ਕਰ ਦੇ ਸਕਦਾ। ਸਹੀ ਹੈ। ਤੇ ਉਹ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਨੇ? ਉਹਨਾਂ ਦੀ ਇੱਥੇ ਤੁਸੀਂ ਰਿਹਾਇਸ਼ਾਂ ਵੀ ਦੇਖੀਆਂ ਨੇ, ਬਲਕਿ ਇੱਕ ਜਗ੍ਹਾ ਤੁਸੀਂ ਮੈਨੂੰ ਲੈ ਕੇ ਵੀ ਗਏ ਸੀ, ਉਹ ਤੁਸੀਂ ਮੈਨੂੰ ਜਗ੍ਹਾ ਹਾਂਜੀ। ਦਿਖਾਈ। ਤੇ ਉਹ ਤੁਹਾਡੇ ਕੀ ਤਾਸਰਾਤ ਨੇ ਉਹਨਾਂ ਦੇ ਬਾਰੇ 'ਚ? ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ ਕਿ ਇਹ ਇਤਨੇ ਮੁਸ਼ਕਿਲ ਹਾਲਾਤ ਦੇ ਵਿੱਚ ਜਿਹੜੇ ਪਾਕਿਸਤਾਨੀ ਇੱਥੇ ਰਹਿ ਰਹੇ ਨੇ, ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ? ਆਉਣਾ ਤਾਂ ਚਾਹੀਦਾ, ਲੇਕਿਨ ਅਗਰ ਕੰਮ ਕੋਈ ਚੰਗਾ ਜਿਹਾ ਮਿਲੇ ਤਾਂ ਫਿਰ ਹੀ ਹੈ ਨਾ। ਅਗਰ ਬੰਦਾ ਕੋਈ ਹੁਨਰ ਜਾਣਦਾ ਹੋਵੇ ਜਾਂ ਕੋਈ ਆਪਣੇ ਕੋਲ ਇੰਨਾ ਪੈਸਾ ਹੋਵੇ, ਬੰਦਾ ਆਪਣਾ ਕਾਰੋਬਾਰ ਕਰੇ, ਫਿਰ ਤੇ ਠੀਕ ਹੈ। ਅਗਰ ਲੇਬਰ ਦੇ ਵੀਜ਼ੇ ਤੇ ਆਵੇ ਤਾਂ ਫਿਰ ਉਹ ਕੰਮ ਬਹੁਤ ਹੀ ਮੁਸ਼ਕਲ ਹੈ, ਕਿਉਂਕਿ ਇੱਕ ਇੱਕ ਕਮਰੇ 'ਚ ਤਕਰੀਬਨ ਕੋਈ 10, 12, 15 ਲੜਕੇ ਹੁੰਦੇ ਨੇ ਇੱਥੇ ਓਕੇ। ਇੱਕ ਰੂਮ ਦੇ ਵਿੱਚ। ਤੁਸੀਂ ਕਿ ਆਪ ਹਿਸਾਬ ਨਾਲ ਲਓ, ਉੱਥੇ 12 ਤੋਂ 15 ਲੜਕੇ ਇੱਕ ਰੂਮ ਜਿੱਥੇ ਹੋਣਗੇ, ਉੱਥੇ ਕਿੰਨਾ ਕੁ ਹੋਏਗਾ ਬੰਦਾ ਅੱਗੇ ਪਿੱਛੇ ਫਿਰ ਸਕਦਾ। ਬਸ ਸੌਣ ਦੀ ਜਗ੍ਹਾ ਹੁੰਦੀ ਹੈ, ਤਿੰਨ ਤਿੰਨ ਚਾਰ ਪਈਆਂ ਲੱਗੀਆਂ ਹੁੰਦੀਆਂ ਨੇ, ਕੋਈ ਥੱਲੇ ਪੈ ਨੇ, ਹੂੰ। ਕੋਈ ਉੱਪਰ ਪੈ ਨੇ। ਬੜੀ ਮੁਸ਼ਕਲ ਹੈ, ਲੇਕਿਨ ਲੇਬਰ ਵਾਸਤੇ ਬਹੁਤ ਮੁਸ਼ਕਲ ਹੈ। ਇਹ ਜਿਹੜੇ 12-15 ਬੰਦੇ ਇੱਕ ਛੋਟੇ ਜਿਹੇ ਰੂਮ ਦੇ ਵਿੱਚ ਕਿਸ ਤਰ੍ਹਾਂ ਸਮਾ ਜਾਂਦੇ ਨੇ? ਇਹ ਜਿਹਨੂੰ ਬੈੱਡ ਸਪੇਸ ਕਿਹਾ ਜਾਂਦਾ ਹੈ, ਇਹ ਹਾਂਜੀ। ਤੇ ਲੋਕਾਂ ਦੇ ਜਿਹੜੀ ਸਿਹਤ ਦੇ ਉੱਤੇ ਵੀ ਬੜੇ ਬੁਰੇ ਅਸਰਾਤ ਹੁੰਦੇ ਨੇ। ਉਹ ਇੱਕ ਬੰਦਾ ਸੋ ਰਿਹਾ ਹੈ, ਦੂਸਰਾ ਜਾਗ ਰਿਹਾ ਹੈ, ਉਹ ਬੜੀ ਮੁਸ਼ਕਿਲ ਦੇ ਨਾਲ ਮੈਂ ਦੇਖਿਆ ਕਿ ਇੰਤਹਾਈ ਨਾਮਨਾਸਿਬ ਜਿਹੀ ਸੂਰਤ ਹਾਲ ਹੁੰਦੀ ਹੈ। ਔਰ ਉਹ ਲੋਕ ਕਿਸ ਤਰ੍ਹਾਂ ਫਿਰ ਗੁਜ਼ਾਰਾ ਕਰਦੇ ਨੇ? ਉਹਦਾ ਤਕਰੀਬਨ ਕਿੰਨਾ ਖਰਚਾ ਹੋ ਜਾਂਦਾ ਹੈ? ਇੱਕ ਬੈੱਡ ਸਪੇਸ ਜਿਹੜੀ ਉਹਨਾਂ ਨੂੰ ਮਿਲਦੀ ਹੈ, ਉਹਦੇ ਤੇ ਉਹ ਕਿੰਨਾ ਖਰਚਾ ਕਰ ਲੈਂਦੇ ਨੇ? ਕੋਈ ਕਿਰਾਇਆ ਉਹਦਾ ਹੁੰਦਾ ਹੈ, ਮਹੀਨੇ ਦਾ ਹੁੰਦਾ ਹੈ ਜਾਂ ਕੀ ਹੁੰਦਾ ਹੈ? ਔਰ ਉਹਨਾਂ ਦੇ ਫਿਰ ਖਾਣੇ ਪੀਣੇ ਦਾ ਕੀ ਸੂਰਤ ਹਾਲ ਹੁੰਦੀ ਹੈ ਇੱਥੇ? ਰਾਜ ਸਾਹਿਬ, ਅਗਰ ਦੇਖਿਆ ਜਾਵੇ ਤਾਂ ਅਜਮਾਨ ਸਿਟੀ ਹੈ, ਉੱਥੇ ਥੋੜਾ ਜਿਹਾ ਸਸਤਾ ਹੈ, ਰੈਂਟ ਵਗੈਰਾ ਉੱਥੇ ਸਸਤਾ ਹੈ। ਉੱਥੇ ਅੱਛਾ। 200-250 ਬੈੱਡ ਸਪੇਸ ਮਿਲ ਜਾਂਦੀ ਹੈ। ਅਗਰ ਤੁਸੀਂ ਦੁਬਈ ਸ਼ਿਫਟ ਹੁੰਦੇ, ਦੁਬਈ ਦੇ ਵਿੱਚ ਥੋੜੀ ਜਿਹੀ ਮਹਿੰਗਾਈ ਹੈ, ਉੱਥੇ ਤਕਰੀਬਨ 350-400 ਰੁਪਇਆ ਬੈੱਡ ਸਪੇਸ ਦਾ ਹੁੰਦਾ ਹੈ। ਉਸ ਤੋਂ ਬਾਅਦ ਖਾਣਾ, ਠੀਕ ਹੈ। ਅਲੱਗ ਖਾਣਾ ਪੀਣਾ ਜਿਹੜਾ ਤੁਸੀਂ ਮਸਤ ਜਿੰਨੇ ਕੋਲ ਤੁਸੀਂ ਬੈੱਡ ਸਪੇਸ ਲੈਂਦੇ ਜੇ, ਉਹੀ ਖਾਣਾ ਤੁਹਾਨੂੰ ਮਿਲਦਾ ਹੈ। ਉਹ ਖਾਣੇ ਦੇ ਤਕਰੀਬਨ 200-250 ਰੁਪਇਆ ਦੋ ਟਾਈਮ ਦਾ ਤੁਹਾਨੂੰ ਖਾਣਾ ਦੇਗਾ ਉਹਦੇ 'ਚ। ਉੱਥੇ ਕਹਿੰਦੇ 350 ਔਰ 250 ਤੇ ਇਹ 600 ਇਹ ਹੋ ਗਿਆ ਛੇ ਨਾ ਸੌ ਜੀ? ਰੁਪਇਆ ਇੱਕ ਬੰਦਾ ਇੱਕ ਮਹੀਨੇ ਦਾ। ਮਜ਼ਦੂਰ ਬੰਦੇ ਠੀਕ। ਵਾਸਤੇ ਦੇਖੋ 600 ਰੁਪਇਆ ਸਿਰਫ ਰਹਿਣਾ ਔਰ ਖਾਣੇ ਰਹੀਏ। ਦੂਸਰਾ ਅਗਰ ਹੂੰ। ਕੋਈ ਚੀਜ਼ ਹੋਰ ਖਾਣੀ ਹੈ ਜਾਂ ਬੰਦਾ ਬਿਮਾਰ ਹੋ ਜਾਂਦਾ ਹੈ ਜਾਂ ਕਿਤੇ ਆਣਾ ਜਾਣਾ ਮਹਿਮਾਨ ਆ ਜਾਣਾ, ਦੇਖੋ 1000-1200 ਬਾਕੀ ਕੀ ਰੱਖਦਾ ਹੈ। ਸਹੀ ਹੈ। ਯਾਨੀ ਇਹਦਾ ਮਤਲਬ ਇਹ ਹੋਇਆ ਕਿ 600 ਦੇ ਵਿੱਚ ਤੇ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰਨਾ ਸ਼ੁਰੂ ਹੋ ਜਾਂਦੀ ਹੈ। ਔਰ ਉਸ ਤੋਂ ਹਾਂਜੀ। ਬਾਅਦ ਉਹਦੀ ਮੈਡੀਸਨ, ਉਹਦੇ ਕੱਪੜੇ, ਉਹਦਾ ਅ, ਇਲਾਜ, ਕੋਈ ਹੋਰ ਉਹਨੂੰ ਜ਼ਰੂਰਤ ਪੈ ਜਾਵੇ, ਤੇ ਟਰਾਂਸਪੋਰਟ ਉਹਦੇ ਵਗੈਰਾ ਵੀ ਵਾਸਤੇ ਉਹਦੇ ਆਪਦੇ ਕੋਲ ਵਿੱਚ ਕੋਈ ਪੈਸੇ ਪੈਸੇ ਨਹੀਂ ਬਚਦੇ। ਅਗਰ ਉਹ ਉਹੀ ਤਾਂ ਆਪਣੇ ਫੈਮਿਲੀ ਨੂੰ ਭੇਜਦਾ ਪੈਸੇ, ਤੇ ਉਹ ਤੇ ਫਿਰ ਬਿਲਕੁਲ ਖਾਲੀ ਹੋ ਜਾਂਦਾ ਹੈ। ਇਹ ਲੋਕ ਉਹੀ ਵਾਪਸ ਤੁਹਾਨੂੰ ਕਿਸ ਤਰ੍ਹਾਂ ਜਾਂਦੇ ਨੇ ਆਪਣੇ ਵਤਨ ਨੂੰ? ਜਦੋਂ ਸਾਲ ਬਾਅਦ ਜਾਂ 2 ਸਾਲ ਬਾਅਦ ਇਹ ਵਾਪਸ ਜਾਂਦੇ ਨੇ, ਤੇ ਇਹਨਾਂ ਕੋਲ ਤਾਂ ਟਿਕਟ ਦੇ ਪੈਸੇ ਵੀ ਨਹੀਂ ਹੁੰਦੇ ਹੋਣਗੇ। ਰਾਜਾ ਸਾਹਿਬ ਬਸ ਦੋਸਤਾਂ ਕੋਲ ਕੋਈ ਫੜ ਫੁੜ ਕੇ ਬੰਦਾ ਲੈ ਵੀ ਲੈਂਦਾ ਨਾ। ਵੀ ਇਸ ਅੱਛਾ। ਦਾ ਸੈਲਰੀ ਸਾਨੂੰ ਦੇ ਦਿਓ, ਅਗਲੀ ਅਸੀਂ ਛੁੱਟੀ ਕੱਟ ਕੇ ਆਵਾਂਗੇ, ਉਸ ਤੋਂ ਬਾਅਦ ਸੈਲਰੀ ਤੁਸੀਂ ਲੈ ਲਿਓ ਜੀ। ਬਸ ਏਦਾਂ ਹੂੰ। ਗੁਜ਼ਾਰਾ ਬਸ ਲੋਕ ਕਰ ਹੀ ਜਾਂਦੇ ਗਰੀਬ ਬੰਦੇ। ਲੇਕਿਨ ਬਹੁਤ ਮੁਸ਼ਕਲ, ਮਜ਼ਦੂਰ ਵਾਸਤੇ ਬਹੁਤ ਮੁਸ਼ਕਲ ਹੈ ਜੀ ਇੱਥੇ। ਮਾਰ 800 ਸਾਹਿਬ, ਤੋਂ ਤੁਸੀਂ ਕੀ 1000-1200 ਸਮਝਦੇ ਹੋ ਕਿ ਸੈਲਰੀ ਉੱਥੇ ਬਸ। ਜੀ, ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੇ ਮਜ਼ਦੂਰ ਨੇ, ਇਹਨਾਂ ਦੇ ਨਾਲ ਸਹੀ ਹੋ ਰਿਹਾ, ਠੀਕ ਹੋ ਰਿਹਾ, ਇਸੇ ਤਰ੍ਹਾਂ ਹੋਣਾ ਚਾਹੀਦਾ? ਪਾਕਿਸਤਾਨ ਵਿੱਚ ਵੀ ਮਜ਼ਦੂਰ ਦੇ ਹਾਲ ਭੈੜੇ ਨੇ, ਦੁਬਈ 'ਚ ਆ ਕੇ ਵੀ ਮੈਂ ਦੇਖਿਆ ਕਿ ਇੱਥੇ ਵੀ ਮਜ਼ਦੂਰ ਦੇ ਹਾਲ ਭੈੜੇ ਨੇ। ਤੇ ਇਹ ਤੁਸੀਂ ਸਮਝਦੇ ਹੋ ਕਿ ਇਹ ਮੁਨਾਸਿਬ ਹੈ ਜਾਂ ਇਹ ਗੈਰ ਮੁਨਾਸਿਬ ਹੈ? ਰਾਜਾ ਸਾਹਿਬ ਇਹ ਬਹੁਤ ਗੈਰ ਮੁਨਾਸਬ ਹੈ। ਕੰਮ ਬਹੁਤ ਲੈਂਦੇ ਨੇ ਇੱਥੇ, ਜਿਹੜੇ ਵੀਜ਼ੇ ਦਿੰਦੇ ਨੇ, ਕੰਪਨੀਆਂ ਵੀਜ਼ੇ ਦਿੰਦੀਆਂ ਨੇ, ਕੰਮ ਬਹੁਤ ਜ਼ਿਆਦਾ ਲੈਂਦੇ। ਕੰਮ ਘੱਟ ਤੋਂ ਘੱਟ ਤਕਰੀਬਨ ਕੋਈ 12-14 ਘੰਟੇ ਬਣਦਾ ਲੇਬਰ ਦਾ ਕੰਮ। ਅੱਛਾ। ਉਹ ਸਵੇਰ ਉੱਠਦੇ ਨੇ ਤੇ 4 ਵਜੇ ਉੱਠਦੇ ਨੇ,
4 ਵਜੇ ਉੱਠ ਕੇ ਉਹਨਾਂ ਉਹਨੇ ਚ ਨਾਸ਼ਤਾ ਕਰਨਾ, 4 ਵਜੇ ਉੱਠ ਕੇ 5 ਵਜੇ ਉਹਨਾਂ ਬੱਸ ਵਿੱਚ ਬੈਠ ਜਾਣਾ, ਜਿਵੇਂ ਲੇਬਰ ਨੇ ਜਿਹਨੇ ਕੰਮ ਤੇ ਜਾਣਾ ਹੁੰਦਾ ਹੈ। ਹੂੰ। ਉਹ 5 ਵਜੇ ਬੈਠਣਗੇ, ਉਸ ਤੋਂ ਬਾਅਦ 6-7 ਵਜੇ ਆਪਣੀ ਜਗ੍ਹਾ ਤੇ ਪਹੁੰਚਣਗੇ ਜਿੱਥੇ ਉਹਨਾਂ ਕੰਮ ਕਰਨਾ ਹੈ। ਸਹੀ। ਉਸ ਤੋਂ ਬਾਅਦ 8-9 ਵਜੇ 8 ਵਜੇ ਚ ਕੰਮ ਖਤਮ ਹੋਏਗਾ। ਉੱਥੇ ਫਿਰ ਆਂਦੇ ਜਾਂਦੇ ਬੰਦੇ ਇਕੱਠੇ ਆਂਦੇ ਆਂਦੇ ਫਿਰ 11-12 ਵਜੇ ਰਾਤ ਵੱਜ ਜਾਂਦੇ ਨੇ। ਅੱਛਾ। ਓਹ ਇਹ ਲੇਬਰ ਦਾ ਕੰਮ ਜਿਹੜਾ ਇਹ 12 ਘੰਟੇ ਦਾ ਹੁੰਦਾ ਹੈ? 12 ਘੰਟੇ ਵੀ ਹੁੰਦਾ, 14 ਘੰਟੇ ਵੀ ਹੁੰਦਾ, ਪਰ ਤਕਰੀਬਨ 12 ਘੰਟੇ, ਲੇਕਿਨ ਆਉਣ ਜਾਣ ਦਾ ਵਿੱਚ ਨਾ ਪਾ ਕੇ 14 ਘੰਟੇ ਨਿਕਲ ਜਾਂਦੇ ਨੇ। ਮੈਂ ਦੇਖਿਆ ਕਿ ਕੁਝ ਜਗ੍ਹਾ ਤੇ ਇਹ 24 ਆਵਰ ਕੰਮ ਹੋ ਰਿਹਾ ਹੁੰਦਾ ਹੈ। ਇਹ ਜਿਹੜੀਆਂ ਕੰਸਟਰਕਸ਼ਨ ਜਿੱਥੇ ਜਿੱਥੇ ਹੋ ਰਹੀ ਹੈ ਉੱਥੇ ਤਕਰੀਬਨ ਰਾਉਂਡ ਦਾ ਕਲਾਕ ਸ਼ਿਫਟਾਂ ਦੇ ਵਿੱਚ ਕੰਮ ਹੋ ਰਿਹਾ ਹੁੰਦਾ ਹੈ। ਸ਼ਿਫਟਾਂ 'ਚ ਵੀ ਹੁੰਦਾ, ਲੇਕਿਨ ਓਵਰ ਟਾਈਮ ਵੀ ਹੁੰਦਾ। ਉਹੀ ਕਿਹੜੇ ਲਗਾਤਾਰ ਹੀ ਮਜ਼ਦੂਰ ਕੰਮ ਕਰਦੇ, ਓਵਰ ਟਾਈਮ ਵੀ ਲਗਾ ਲੈਂਦੇ ਨੇ। ਸ਼ਿਫਟਾਂ 'ਚ ਕੰਮ ਅੱਛਾ ਘੱਟ ਅੱਛਾ। ਹੁੰਦਾ ਲੇਬਰ ਦੇ ਕੰਸਟਰਕਸ਼ਨ ਕੰਮ ਦਾ। ਸਹੀ ਹੈ। ਤੇ ਦੋਸਤੋ ਅੱਜ ਸਾਡੇ ਨਾਲ ਮਾਰ ਨਾਸਰ ਸਾਹਿਬ ਨੇ, ਔਰ ਅਸੀਂ ਇਸ ਨਿਊ ਈਅਰ ਦੇ ਮੌਕੇ ਤੇ ਆਪਣੇ ਜਿਤਨੇ ਸਾਡੇ ਪਾਕਿਸਤਾਨੀ ਭੈਣਾਂ ਭਰਾ ਪਾਕਿਸਤਾਨ ਤੋਂ ਦੁਬਈ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਮਸ਼ਵਰਾ ਦੇਣਾ ਚਾਹ ਰਹੇ ਹਾਂ ਕਿ ਅਗਰ ਤੇ ਉਹਨਾਂ ਦੇ ਕੋਲ ਕੋਈ ਅੱਛੀ ਤਾਲੀਮ ਹੈ, ਅੱਛਾ ਤਜਰਬਾ ਹੈ ਕਿਸੇ ਕੰਮ ਦਾ, ਪ੍ਰੋਫੈਸ਼ਨਲ ਨੇ, ਤੇ ਉਹ ਤੇ ਜ਼ਰੂਰ ਆਉਣ। ਲੇਕਿਨ ਅਗਰ ਉਹ ਮਜ਼ਦੂਰ ਨੇ ਤੇ ਕੋਸ਼ਿਸ਼ ਕਰੋ ਕਿ ਇੱਥੇ ਤੁਸੀਂ ਨਾ ਆਓ, ਤੁਸੀਂ ਆਪਣੇ ਮੁਲਕ ਵਿੱਚ ਕੋਈ ਹੋਰ ਕੰਮ ਕਰ ਲਓ, ਔਰ ਤਾਂ ਕਿ ਤੁਸੀਂ ਤੁਹਾਡੀ ਤਰੱਕੀ ਵੀ ਹੋਵੇ, ਗਰੋਥ ਵੀ ਹੋਵੇ, ਤੁਹਾਡੇ ਕੋਲ 4 ਪੈਸੇ ਵੀ ਜਮ੍ਹਾਂ ਹੋਣ। ਅਗਰ ਤੁਸੀਂ ਛੋਟਾ ਜਿਹਾ ਕੰਮ ਵੀ ਕਰ ਲਓ, ਕੋਈ ਰੇਹੜੀ ਲਗਾ ਲਓ, ਕੋਈ ਛੋਟਾ ਜਿਹਾ ਚਾय ਦਾ ਖੋਖਾ ਲਗਾ ਲਓ, ਕੋਈ ਹੋਟਲ ਬਣਾ ਲਓ, ਕੋਈ ਬਿਰਿਆਨੀ ਵੇਚਣਾ ਸ਼ੁਰੂ ਕਰ ਦਿਓ, ਤੇ ਉਹ ਇਸ ਦੁਬਈ ਨਾਲੋਂ ਬਿਹਤਰ ਹੈ। ਤੁਹਾਨੂੰ ਉੱਥੇ ਬਿਹਤਰ 4 ਪੈਸੇ ਮਿਲਣਗੇ ਔਰ ਜ਼ਿਆਦਾ ਆਸਾਨੀ ਉੱਥੇ ਤੁਹਾਨੂੰ ਮੁਹੱਈਆ ਹੋਏਗੀ। ਇੱਥੇ ਦੇ ਹਾਲਾਤ ਮਜ਼ਦੂਰ ਵਾਸਤੇ ਬਹੁਤ ਹੀ ਖਤਰਨਾਕ ਨੇ, ਬਹੁਤ ਹੀ ਬੁਰੇ ਹਾਲਾਤ ਨੇ। ਮੈਂ ਦੇਖੇ ਨੇ ਕਿ ਬੈੱਡ ਸਪੇਸਾਂ ਦੇ ਵਿੱਚ, ਇਹ ਅਸੀਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਰੂਮ ਦੇ ਅੰਦਰ 15-15 ਬੰਦੇ ਪਏ ਨੇ, ਔਰ ਉਹ ਵਿਚਾਰੇ ਉਹਨਾਂ ਨੂੰ ਸਾਹ ਵੀ ਮੁਸ਼ਕਿਲ ਆਉਂਦਾ। ਯਾਨੀ ਜਿਹੜੀ ਅੱਲਾ ਨੇ ਇੱਕ ਇਨਸਾਨ ਵਾਸਤੇ ਆਕਸੀਜਨ ਰੱਖੀ ਹੈ, ਉਹਨਾਂ ਨੂੰ ਉਹ ਵੀ ਤਕਸੀਮ ਹੋ ਕੇ ਤੇ ਅੱਧੀ ਕੁ ਉਹਦਾ ਚੌਥਾ, ਪੰਜਵਾਂ, 10ਵਾਂ, 12ਵਾਂ ਹਿੱਸਾ ਇੱਕ ਇਨਸਾਨ ਦੇ ਉਹਨੂੰ ਮਿਲ ਰਿਹਾ। ਤੇ ਇਹ ਬੜੀ ਤਕਲੀਫ ਦੇ ਸੂਰਤ ਹਾਲ ਹੈ। ਇਹ ਇੱਕ ਦੁਬਈ ਦਾ ਨੈਗੇਟਿਵ ਪਹਿਲੂ ਹੈ। ਔਰ ਅੱਜ ਬੜੀ ਮਾਜ਼ਰਤ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਨੈਗੇਟਿਵ ਗੱਲਾਂ ਨਾ ਕਰੀਏ, ਲੇਕਿਨ ਅੱਜ ਸਾਡੇ ਕੋਲ ਨੈਗੇਟਿਵ ਗੱਲਾਂ ਹੋ ਰਹੀਆਂ ਨੇ। ਤੇ ਇਹਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਐਜੂਕੇਟ ਕਰ ਸਕੀਏ ਆਪਣੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਕਿ ਉਹ ਜਦੋਂ ਵੀ ਪਾਕਿਸਤਾਨ ਆਉਣ ਤੇ ਪਾਕਿਸਤਾਨ ਤੋਂ ਦੁਬਈ ਆਉਣ ਤੇ ਇਹ ਸੋਚ ਕੇ ਆਉਣ ਕਿ ਜ਼ਿੰਦਗੀ ਜਿਹੜੀ ਉਹ ਕਿੰਨੀ ਮੁਸ਼ਕਿਲ ਹੈ, ਇਹ ਆਸਾਨ ਨਹੀਂ ਹੈ ਮਜ਼ਦੂਰ ਵਾਸਤੇ। ਔਰ ਹੁਣ ਅਸੀਂ ਆਪਣੇ ਟਾਪਿਕ ਦਾ ਥੋੜਾ ਜਿਹਾ ਮੌਜੂ ਬਦਲਾਂਗੇ ਕਿ ਇਹਦੀ ਖੂਬਸੂਰਤੀਆਂ ਕੀ ਨੇ। ਤੇ ਮਾਰ ਸਾਹਿਬ, ਤੁਸੀਂ 1.5-2 ਸਾਲ ਦੇ ਵਿੱਚ ਦੁਬਈ ਨੂੰ ਦੇਖਿਆ, ਦੁਬਈ 'ਚ ਤੁਹਾਨੂੰ ਕੀ ਕੀ ਗੱਲਾਂ ਅੱਛੀਆਂ ਲੱਗੀਆਂ ਨੇ? ਰਾਜਾ ਸਾਹਿਬ, ਦੁਬਈ ਦੇ ਸਭ ਤੋਂ ਪਹਿਲੇ ਕਾਨੂੰਨ ਬਹੁਤ ਨਾ ਟਫ ਹੈ, ਰੂਲਸ ਨੇ ਇੱਥੇ। ਅੱਛਾ ਜੀ। ਹਰ ਬੰਦਾ ਇੱਥੇ ਰੂਲਸ ਫਾਲੋ ਕਰਦਾ। ਠੀਕ ਹੈ। ਰੂਲ ਬਹੁਤ ਅੱਛੇ ਲੱਗੇ ਨੇ, ਹੋਰ ਕੀ ਅੱਛਾ ਲੱਗਿਆ? ਉਸ ਤੋਂ ਬਾਅਦ ਖੂਬਸੂਰਤੀ ਬਹੁਤ ਹੈ, ਸੜਕਾਂ ਬਹੁਤ ਖੁੱਲੀਆਂ ਨੇ ਇੱਥੇ। ਅੱਛਾ, ਸੜਕਾਂ ਜਿਹੜੀਆਂ ਨੇ ਉਹ ਖੁੱਲੀਆਂ ਨੇ? ਮੈਨੂੰ ਤੇ ਤੰਗ ਹੀ ਲੱਗੀਆਂ ਨੇ, ਵੈਸੇ ਮੈਨੂੰ ਕੋਈ ਖੁੱਲੀ ਸੜਕ, ਬਹੁਤ ਖੁੱਲੀ ਸੜਕ ਨਹੀਂ ਲੱਗੀ। ਨਹੀਂ, ਜਿਹੜੀਆਂ ਖਾਸ ਤੌਰ ਦੁਬਈ ਤੇ ਸ਼ਹਿਰ ਦੀਆਂ ਸੜਕਾਂ ਜਿਹੜੀ, ਖੁੱਲੀਆਂ ਨੇ, ਦੂਸਰੀਆਂ ਸ਼ਾਰਜਾ, ਅਜਮਾਨ, ਉਹ ਸੜਕਾਂ ਥੋੜੀਆਂ ਤੰਗ ਨੇ। ਹਾਂ, ਇਹ ਬਿਲਕੁਲ ਠੀਕ ਗੱਲ ਹੈ ਤੁਹਾਡੀ। ਜਿਹੜੇ ਮਹੱਲੇ ਨੇ, ਮਹੱਲੇ ਵੀ ਜਿਹੜੇ ਨੇ ਉਹ ਅਪਾਰਟਮੈਂਟ ਟਾਈਪ ਮਹੱਲੇ ਨੇ, ਔਰ ਹਰ ਜਗ੍ਹਾ ਤੇ ਤੁਹਾਨੂੰ ਮਲਟੀ ਸਟੋਰੀ ਬਿਲਡਿੰਗ ਨਜ਼ਰ ਆਉਂਦੀਆਂ ਨੇ। ਤੇ ਇਹ ਦੱਸੋ ਕਿ ਇਹ ਜਿਹੜਾ ਦੁਬਈ ਬਣਾਇਆ ਗਿਆ ਹੈ, ਕਿਆ ਇਹ ਵਾਕਿਆਤਨ ਬਹੁਤ ਖੂਬਸੂਰਤ ਤੇ ਹੈ ਹੀ ਹੈ? ਹਾਂਜੀ। ਆਮ ਇਨਸਾਨ ਜਿਹੜਾ ਚੱਲਦਾ ਫਿਰਦਾ ਬੰਦਾ, ਉਹ ਦੁਬਈ 'ਚ ਆ ਕੇ ਤੇ ਉਹ ਕੀ ਉਹਦੇ ਅਹਿਸਾਸਾਤ ਹੁੰਦੇ ਨੇ, ਕੀ ਉਹਦੇ ਉਹ ਮਹਿਸੂਸ ਕੀ ਕਰਦਾ ਹੈ? ਮਹਿਸੂਸ ਬਸ ਇੱਥੇ ਆ ਕੇ ਉਹ ਖੂਬਸੂਰਤੀ ਦੇਖਦਾ, ਬਿਲਡਿੰਗਾਂ ਦੀ ਦੇਖਦਾ, ਰੂਲਸ ਦੇਖਦਾ। ਰੂਲਸ ਬੰਦੇ ਫਾਲੋ ਕਰਦੇ ਨੇ, ਜਿਹੜੇ ਆਪਣੇ ਮੁਲਕ ਵਿੱਚ ਨਹੀਂ ਕੰਮ ਕਰਦੇ, ਉਹ ਇੱਥੇ ਆ ਕੇ ਕਰਨੇ ਪੈਂਦੇ ਉਹਨਾਂ ਨੂੰ ਕੰਮ।
ਤੇ ਅੱਜ ਕੱਲ ਤੁਸੀਂ ਇੱਕ ਲਾਇਸੈਂਸ ਵੀ ਲਿਆ, ਡਰਾਈਵਿੰਗ ਲਾਇਸੈਂਸ। ਸਭ ਤੋਂ ਪਹਿਲੇ ਤੇ ਬਹੁਤ ਬਹੁਤ ਮੁਬਾਰਕਬਾਦ ਕਿ ਇੱਥੇ ਦੁਬਈ ਦੇ ਵਿੱਚ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਮਿਲਣਾ ਬੜਾ ਮੁਸ਼ਕਿਲ ਹੁੰਦਾ ਹੈ, ਤੇ ਤੁਹਾਨੂੰ ਇਹ ਕਿਸ ਤਰ੍ਹਾਂ ਮਿਲ ਗਿਆ? ਤੁਸੀਂ ਕੀ ਸਮਝਦੇ ਹੋ ਕਿ ਰਾਜਾ ਸਾਹਿਬ, ਬਹੁਤ ਅੱਛੇ ਡਰਾਈਵਰ ਹੋ, ਜਾਂ ਐਵੇਂ ਹੀ ਤੁਸੀਂ ਕੋਈ ਚੱਕਰਬਾਜ਼ੀ ਕਰਕੇ ਤੇ ਲੈ ਲਿਆ? ਨਹੀਂ ਜੀ ਰਾਜਾ ਸਾਹਿਬ, ਇੱਥੇ ਬਹੁਤ ਰੂਲ ਸਖਤ ਨੇ ਡਰਾਈਵਰ ਦੇ ਵਾਸਤੇ। ਅੱਛਾ ਜੀ। ਦੁਬਈ ਦੀ ਡਿਗਰੀ ਲੈ ਲਓ ਤੇ ਲਾਇਸੈਂਸ ਲੈ ਲਓ, ਇੱਕ ਬਰਾਬਰ ਹੈ। ਸਹੀ। ਬਹੁਤ ਮੁਸ਼ਕਿਲ ਹੈ, ਬਹੁਤ ਪ੍ਰਾਈਵੇਟ ਸਕੂਲ ਨੇ, ਜੇ ਇੱਕ ਵਾਰੀ ਬੰਦਾ ਚਲਾ ਜਾਵੇ ਨਾ, ਫਸ ਜਾਵੇ, ਫਿਰ ਜਾਨ ਛੱਡਦੇ ਨਹੀਂ ਸਕੂਲ ਵਾਲੇ। ਉਹ ਕਹਿੰਦਾ ਬੰਦਾ ਫਸੇ ਹੀ ਰਵੇ ਤੇ ਬਸ ਨਾ ਪੈਸੇ ਖਾਈ ਜਾਂਦੇ ਨੇ। ਸਹੀ ਹੈ। ਨਾਰਮਲ ਤੋਂ ਨਾਰਮਲ ਜਿਹੜਾ ਲਾਇਸੈਂਸ ਪਹਿਲੀ ਟਰਾਈ ਚ ਵੀ ਲਵੇ ਤੇ 8 ਤੋਂ 10 ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ, 8 ਤੋਂ 10 ਹਜ਼ਾਰ ਦਿਰਹਮ। 8 ਤੋਂ 10 ਹਜ਼ਾਰ ਦਿਰਮ? ਦਿਰਹਮ ਓਏ ਲੱਗਦਾ ਹੋਏ। ਅਗਰ ਪਹਿਲੀ ਟਰਾਈ ਚ ਵੀ ਉਹ ਅੱਛਾ ਨਿਕਲੇ ਪਾਸ ਕਰਨ ਤਾਂ, ਅਗਰ ਵਰਨਾ ਪਹਿਲੀ ਟਰਾਈ ਚੋਂ ਕਰਦੇ ਨਹੀਂ ਹੁੰਦੇ ਪਾਸ। ਅੱਛਾ। ਤੇ ਤੁਸੀਂ ਕੀ ਨਾਲ ਸਮਝਦੇ ਕਮ ਹੋ ਸੇ ਕਿ ਕਮ 5 ਤੋਂ 6 ਮਹੀਨੇ ਉਹ ਅਰਸਾ ਲੈ ਲੈਂਦੇ ਨੇ ਇਹਦੇ 'ਚ। ਸਹੀ ਹੈ, ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਨੇ ਜਿਹੜੇ ਰੂਲਸ ਬਣਾਏ ਨੇ, ਇੰਨੀ ਹਾਂਜੀ ਸਖਤੀ ਕੀਤੀ ਹੈ ਉਹਨਾਂ ਨੇ ਕਿ ਡਰਾਈਵਿੰਗ ਜਿਹੜੀ ਹੈ, ਜਦੋਂ ਤੱਕ ਬੰਦੇ ਨੂੰ ਸਹੀ ਡਰਾਈਵਿੰਗ ਨਾ ਆਉਂਦੀ ਹੋਵੇ, ਉਹ ਲਾਇਸੈਂਸ ਉਹਨੂੰ ਨਹੀਂ ਦਿੰਦੇ, ਤੇ ਇਹ ਜਾਇਜ਼ ਨੇ ਜਾਂ ਨਾਜਾਇਜ਼ ਬਣਾਏ ਨੇ? ਨਹੀਂ, ਬਹੁਤ ਅੱਛੇ ਬਣਾਏ ਨੇ। ਦਰਅਸਲ ਇਹਨਾਂ ਬਣਾਏ ਨੇ ਵੀ ਸਾਡੇ ਮੁਲਕ ਦੇ ਰੂਲਸ ਫਾਲੋ ਕਰਨ। ਡਰਾਈਵਰ ਜਿਹੜਾ ਵੀ ਹੋਏਗਾ ਸਾਡੇ ਮੁਲਕ ਦੇ ਆ ਕੇ ਰੂਲਸ ਫਾਲੋ ਕਰਨ ਇੱਥੇ ਆ ਕੇ। ਉਹ ਡਰਾਈਵਿੰਗ ਨਹੀਂ ਸਹੀ। ਦੇਖਦੇ ਇੱਥੇ, ਵਰਨਾ ਡਰਾਈਵਰ ਹੈ ਜਾਂ ਨਹੀਂ। ਉਹ ਕਹਿੰਦੇ ਸਿਰਫ ਸਾਡੇ ਕਿਹੜਾ ਰੂਲਸ ਦੇ ਫਾਲੋ ਕਰ ਰਿਹਾ, ਬਸ ਅਸੀਂ ਲਾਇਸੈਂਸ ਉਹਨੂੰ ਹੀ ਦਿੰਦੇ ਨੇ। ਅੱਛਾ, ਯਾਨੀ ਜਿਹੜੀ ਇਹ ਸਕੂਲ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ, ਹਾਂਜੀ ਔਰ ਉਹਨੂੰ ਫਿਰ ਬਾਅਦ ਵਿੱਚ ਜਦੋਂ ਟੈਸਟ ਹੁੰਦਾ ਹੈ ਤੇ ਉਹ ਚੈੱਕ ਕੀਤਾ ਜਾਂਦਾ ਹੈ ਕਿ ਇਹ ਬੰਦਾ ਅਸੂਲਾਂ ਨੂੰ, ਜਿਹੜੇ ਟ੍ਰੈਫਿਕ ਦੇ ਅਸੂਲ ਨੇ, ਕਵਾਨੀਨ ਨੇ, ਜ਼ਾਬਤੇ ਨੇ, ਇਹ ਉਹਨਾਂ ਨੂੰ ਹਾਂਜੀ ਫਾਲੋ ਕਰ ਰਿਹਾ, ਮੰਨ ਰਿਹਾ, ਉਹਨਾਂ ਤੇ ਅਮਲ ਕਰ ਰਿਹਾ ਜਾਂ ਨਹੀਂ ਕਰ ਰਿਹਾ। ਜ਼ਿਆਦਾ ਹਾਂਜੀ ਜ਼ੋਰ ਰਾਜਾ ਇਸ ਤੇ ਸਾਹਿਬ। ਦਿੱਤਾ ਜਾਂਦਾ। ਹਾਂਜੀ ਰਾਜਾ ਸਾਹਿਬ, ਇਹੀ ਚੈੱਕ ਕਰਦੇ ਨੇ। ਇੱਕ ਜਦੋਂ ਟੈਸਟ ਲੈਂਦੇ ਨੇ, ਟਰਾਈ ਲੈਂਦੇ ਨੇ, ਫਾਈਨਲ ਟਰਾਈ ਰੋਡ ਤੇ ਲੈਂਦੇ ਨੇ, ਪੁਲਿਸ ਵਾਲਾ ਸਾਡੇ ਨਾਲ ਬੈਠਾ ਹੁੰਦਾ ਹੈ। ਉਹਨੇ ਸਹੀ। ਸਿਰਫ ਕੋਈ ਗੱਲ ਨਹੀਂ ਕਰਨੀ, ਸਿਰਫ ਉਹਨੇ ਨਾਲ ਬਹਿ ਜਾਣਾ, ਉਹਨੂੰ ਕਹਿਣਾ ਗੱਡੀ ਚਲਾਓ, ਗੱਡੀ ਉਹਨੂੰ ਦੱਸਣਾ ਇੱਧਰ ਮੁੜਦੇ ਉੱਧਰ ਮੁੜਦੇ। ਉਹਨੇ ਸਿਰਫ ਦੇਖਦਾ ਰਹਿਣਾ ਵੀ ਉਹਨੇ ਇੱਕ ਬੰਦਾ ਕਿਹੜੀ ਗਲਤੀ ਕਰ ਰਿਹਾ, ਕਿਹੜੀ ਨਹੀਂ ਕਰ ਰਿਹਾ, ਕਿਤੇ ਮੁੜਨਾ, ਕਿਤੇ ਇਸ਼ਾਰਾ ਦੇਣਾ, ਨਹੀਂ ਦੇਣਾ। ਉਹਨੇ ਨਹੀਂ, ਕੋਈ ਗੱਲ ਨਹੀਂ ਕਰਨੀ ਗੱਡੀ 'ਚ। ਜਦੋਂ ਟੈਸਟ ਖਤਮ ਹੋਣਾ, ਉਹਨੇ ਉਦੋਂ ਉਹਨੇ ਕਹਿਣਾ ਵੀ ਤੁਸੀਂ, ਇਹ ਤੁਹਾਡੀ ਗਲਤੀ ਹੈ, ਇਹ ਬੰਦਾ ਫੇਲ ਹੈ, ਇਹ ਬੰਦੇ ਨੇ ਠੀਕ ਚਲਾਈ, ਇਹ ਬੰਦਾ ਪਾਸ ਹੈ। ਇੱਕ ਰਾਜਾ ਸਾਹਿਬ ਇਹ ਗੱਲ ਹੈ ਕਿ ਜਦੋਂ ਵੀ ਉਹ ਕਹਿ ਦੇਵੇ ਨਾ ਤੁਸੀਂ ਇਹ ਬੰਦਾ ਪਾਸ ਹੈ, ਠੀਕ ਅੱਧੇ ਘੰਟੇ ਬਾਅਦ ਲਾਇਸੈਂਸ ਦੇ ਦਿੰਦੇ ਨੇ। ਅੱਛਾ, ਇਹ ਦੱਸੋ ਕਿ ਇੱਥੇ ਲਾਇਸੈਂਸ ਲੈਣ ਵਾਸਤੇ ਕੋਈ ਗੈਰ ਕਾਨੂੰਨੀ ਤਰੀਕੇ ਵੀ ਚੱਲਦੇ ਨੇ? ਕੋਈ ਰਿਸ਼ਵਤ, ਕੋਈ ਸਿਫਾਰਿਸ਼, ਕੋਈ ਚਾਚੇ ਮਾਮੇ ਦਾ ਫੋਨ ਕਰਾ ਦਈਏ ਤੇ ਫਿਰ ਵੀ ਗੱਲ ਬਣ ਜਾਂਦੀ ਹੈ, ਜਾਂ ਬਿਲਕੁਲ ਨਹੀਂ ਬਣਦੀ? ਨਹੀਂ ਰਾਜਾ ਸਾਹਿਬ, ਬਹੁਤ ਮੁਸ਼ਕਿਲ ਹੈ ਇੱਥੇ। ਸਿਫਾਰਿਸ਼ ਨਹੀਂ ਚੱਲਦੀ, ਕਿਉਂਕਿ ਜਿਹੜੇ ਉੱਪਰ ਲੈਵਲ ਤੇ ਨੇ, ਅਸਲ ਤੇ ਕਰਨਾ ਹੁੰਦਾ ਨਾ, ਅਰਬੀ ਹੁੰਦੇ ਨੇ, ਪੁਲਿਸ ਵਾਲੇ ਬੈਠੇ ਹੁੰਦੇ ਨਾਲ। ਤੇ ਉਹਨਾਂ ਦੇ ਪਾਕਿਸਤਾਨ ਜਾਂ ਕਿਸੇ ਬੰਦੇ ਨੇ ਤਲਕ ਨਹੀਂ ਹੁੰਦਾ, ਨਾ ਕੋਈ ਜ਼ੁਬਾਨ ਆਉਂਦੀ ਉਹਨਾਂ ਦੀ। ਇਸ ਵਾਸਤੇ ਉਹ ਬੰਦਾ ਡਰਦਾ, ਗੱਲ ਵੀ ਨਹੀਂ ਕਰਦਾ ਵੀ ਆ ਸਾਡੇ ਪੈਸੇ ਲੈ ਲਓ ਜਾਂ ਇਹਦਾ ਕਰ ਲਓ। ਉਹ ਆਪ ਹੀ ਕਰਨਾ ਪੈਂਦਾ ਪਾਸ। ਸਹੀ। ਤੇ ਇਹ ਜਿਹੜਾ ਡਰਾਈਵਿੰਗ ਹੈ, ਇਹ ਤੁਸੀਂ ਇਹ ਸਮਝਦੇ ਹੋ ਕਿ ਜਦੋਂ ਇੱਕ ਬੰਦਾ ਟ੍ਰੇਨਿੰਗ ਕਰ ਲੈਂਦਾ ਹੈ ਔਰ ਉਹਨੂੰ ਲਾਇਸੈਂਸ ਮਿਲ ਜਾਂਦਾ ਹੈ, ਤੇ ਕਿਆ ਉਹ ਵਾਕਈ ਦੁਨੀਆ ਦੇ ਕਿਸੇ ਦੂਸਰੇ ਮੁਲਕ ਵਿੱਚ ਵੀ ਜਾ ਕੇ ਉਹ ਇਤਨਾ ਬਾਸਲਾਹੀਅਤ ਹੋ ਜਾਂਦਾ ਹੈ, ਉਹਦਾ ਤਜਰਬਾ, ਉਹਦੀ ਡਰਾਈਵਿੰਗ ਦੇ ਬਾਰੇ ਚ ਜਿਹੜਾ ਇਲਮ ਹੈ, ਸਮਝ ਹੈ, ਉਹ ਇਤਨੀ ਹੋ ਜਾਂਦੀ ਹੈ ਕਿ ਉਹ ਦੁਨੀਆ ਦੇ ਕਿਸੇ ਮੁਲਕ ਵਿੱਚ ਵੀ ਜਾ ਕੇ ਡਰਾਈਵਿੰਗ ਕਰ ਸਕਦਾ ਹੈ? ਹਾਂਜੀ ਰਾਜਾ ਸਾਹਿਬ, ਇਹ ਦਰਅਸਲ ਸਿਖਾਉਂਦਾ ਹੀ ਲਾਇਸੈਂਸ ਬੰਦੇ ਉਸ ਨੂੰ ਦਿੰਦਾ ਜਿਹੜਾ ਬੰਦਾ ਇਸ ਕਾਬਲ ਹੋ ਜਾਵੇ। ਦੁਬਈ ਦਾ ਲਾਇਸੈਂਸ ਇੰਟਰਨੈਸ਼ਨਲ ਹਰ ਜਗ੍ਹਾ ਤੇ ਚੱਲਦਾ ਹੈ। ਇਸ ਵਾਸਤੇ ਉਹਨਾਂ ਨੇ ਲਾਇਸੈਂਸ ਉਹਨੂੰ ਦੇਣਾ ਜਿਹੜਾ ਰੂਲ ਫਾਲੋ ਕਰ ਰਿਹਾ, ਜਿਹੜਾ ਡਰਾਈਵਰ ਅੱਛਾ ਹੈ, ਜਿਹੜਾ ਉਹਨੂੰ ਪਤਾ ਵੀ ਇਹ ਗੱਡੀ ਚਲਾ ਸਕਦਾ ਰੋਡ ਤੇ, ਉਹਦੇ ਉਹਨੂੰ ਲਾਇਸੈਂਸ ਦਿੰਦੇ ਨੇ। ਬਿਲਕੁਲ ਸਹੀ। ਲੇਕਿਨ ਇੱਥੇ ਇਹ ਕਿ ਤੇ ਇੱਥੇ ਪਾਕਿਸਤਾਨ ਚ ਰਾਈਟ ਹੈ, ਇੱਥੇ ਲੈਫਟ ਹੈ। ਇੱਥੇ ਲੈਫਟ ਡਰਾਈਵਿੰਗ ਹੈ। ਇਹ ਥੋੜਾ ਜਿਹਾ ਪਾਕਿਸਤਾਨ ਕਿਹੜੇ ਡਰਾਈਵਰ ਆਉਂਦੇ ਨੇ, ਥੋੜਾ ਜਿਹਾ ਨਾ ਹੁੰਦਾ, ਫਰਕ ਹੁੰਦਾ, ਝਾਕਾ ਜਿਹਾ ਪੈਂਦਾ ਵੀ, ਕਿਉਂਕਿ ਹੱਥ ਸਾਡਾ ਰਾਈਟ ਤੇ ਹੁੰਦਾ। ਉੱਥੇ ਪਾਕਿਸਤਾਨ ਰਾਈਟ ਸਹੀ ਹੈ। ਚਲਾਣੇ, ਇੱਥੇ ਲੈਫਟ ਚਲਾਉਣਾ ਹੁੰਦਾ। ਬੰਦੇ ਦੇ ਠੀਕ ਨਾ ਹੈ। ਥੋੜਾ ਜਿਹਾ ਡੋਲਦਾ ਡੁਲਦਾ ਰਹਿੰਦਾ ਕਾਫੀ ਨਾ। ਹਾਂ, ਉਹ ਜਿਹੜਾ ਵੀ ਬੰਦਾ ਨਵਾਂ ਆਉਂਦਾ, ਉਹਨੂੰ ਇਹੀ ਲੱਗਦਾ ਕਿ ਸਾਰੇ ਗਲਤ ਆ ਰਹੇ ਨੇ, ਹਾਂ, ਸਾਰੇ ਗਲਤ ਆ ਰਹੇ ਨੇ। ਉਹ ਫਿਰ ਰਾਂਗ ਸਾਈਡ ਮਗਰ ਤੇ ਆ। ਨਵਾਂ ਬੰਦਾ ਗਲਤੀਆਂ ਜ਼ਿਆਦਾ ਕਰਦਾ ਹੈ। ਸਹੀ ਹੈ। ਸਹੀ ਹੈ। ਉਹ ਫਿਰ ਜਲਦੀ ਲਾਇਸੈਂਸ ਨਹੀਂ ਦਿੰਦੇ ਕੋਈ। ਸਹੀ ਹੈ। ਤੇ ਇਹ ਦੱਸੋ ਕਿ ਜਿਹੜੇ
ਦੁਬਈ ਦੇ ਵਿੱਚ ਪਾਕਿਸਤਾਨੀ ਨੇ, ਉਹਨਾਂ ਦਾ ਜਿਹੜਾ ਕਿਰਦਾਰ ਹੈ ਇਸ ਦੁਬਈ ਨੂੰ ਬਣਾਉਣ ਦੇ ਵਿੱਚ ਔਰ ਇਸ ਦੁਬਈ ਨੂੰ ਖਰਾਬ ਕਰਨ ਵਿੱਚ, ਉਹ ਤੁਸੀਂ ਕੀ ਸਮਝਦੇ ਹੋ ਕਿ कैसा है? ਰਾਜ ਸਾਹਿਬ ਜ਼ਿਆਦਾ ਪਾਕਿਸਤਾਨੀ ਜਿਹੜੇ ਲੋਕ ਨੇ ਨਾ ਇੱਥੇ ਲੇਬਰ ਤਬਕਾ ਜ਼ਿਆਦਾ ਹੈ। ਬਿਜ਼ਨਸ ਬਹੁਤ ਘੱਟ ਹੈ ਬੰਦਿਆਂ ਦਾ, ਜਿਹੜਾ ਉੱਪਰ ਲੈਵਲ ਥੋੜਾ ਜਿਹਾ ਬਹੁਤਾ ਬਿਜ਼ਨਸ ਹੈ, ਬਹੁਤ ਚੰਦ ਬੰਦੇ ਨੇ ਬਿਜ਼ਨਸ, ਲੇਕਿਨ ਜ਼ਿਆਦਾ ਤਬਕਾ ਲੇਬਰ है पाकिस्तान में। ठीक है। इंडियन ज्यादा बिजनेसमैन है, इंडियन और बांग्लादेश के ज्यादा अपने काम करते हैं। पाकिस्तानी करते ज्यादा अपने लेबर के हिसाब नाल ही काम करते हैं। अच्छा, ਤੇ ਕੀ ਗੱਲ ਹੈ ਪਾਕਿਸਤਾਨ ਵਿੱਚ ਪੜ੍ਹੇ ਲਿਖੇ ਲੋਕ ਘੱਟ ਨੇ ਜਾਂ ਬਿਜ਼ਨਸ ਕਮਿਊਨਿਟੀ ਜਿਹੜੀ ਹੈ ਉਹ ਇੱਧਰ ਕਿਉਂ ਨਹੀਂ ਆਉਂਦੀ? ਉਹ ਲੇਬਰ ਅਸੀਂ ਕਿਉਂ ਪਾਕਿਸਤਾਨ ਤੋਂ ਇੱਧਰ ਦੁਬਈ ਭੇਜਦੇ ਹਾਂ, ਬਲਕਿ ਬਾਕੀ ਸਾਰੀ ਦੁਨੀਆ ਦੇ ਵਿੱਚ ਪਾਕਿਸਤਾਨ ਜਿਹੜਾ ਹੈ ਉਹ ਆਪਣੇ ਡਾਕਟਰ, ਇੰਜੀਨੀਅਰ, ਬਾਕੀ ਵਕੀਲ, ਇਹ ਲੋਕ ਜਿਹੜੇ ਨੇ ਇਹ ਕਿਉਂ ਨਹੀਂ ਇਸ ਪਾਸੇ ਆਉਂਦੇ, ਜਾਂ ਇਹ ਘੱਟ ਨੇ ਤਾਦਾਦ ਵਿੱਚ, ਜਾਂ ਸਾਡੀ ਤਾਲੀਮ ਬਿਲਕੁਲ ਘੱਟ ਹੈ? ਰਸਦ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਉਹ ਯੂਰਪ ਵਾਲੀ ਸਾਈਡ ਤੇ ਜਾਂਦੇ ਨੇ। अच्छा, लोग है जिन्हें कोई पैसा है, ज्यादा पैसा है, जिन्हें बिजनेस करना है, वो ज्यादा यूरोप वाली साइड ਤੇ ਜਾਂਦੇ ਨੇ। ਜਿਹੜੇ ਥੋੜੇ सही। ਲੋ ਤਬਕੇ ਦੇ ਬੰਦੇ ਨੇ ਕੋ ਸਾਡੇ ਵਰਗੇ, ਉਹ ਫਿਰ ਇਧਰ ਰੀਜਨਲ ਦੁਬਈ ਵੈਸਟ ਵਾਲੀ ਸਾਈਡ ਤੇ ਜਾਂਦੇ ਨੇ ਨਾ। जितना दुबई ਤੁਸੀਂ ਹੁਣ ਤੱਕ ਦੇਖਿਆ ਹੈ, ਬਲਕਿ ਸ਼ਾਰਜਾ ਔਰ ਦੀਗਰ ਬਾਕੀ ਜਗ੍ਹਾ ਤੇ ਵੀ, ਤੁਹਾਨੂੰ ਕਿਸੇ ਜਗ੍ਹਾ ਤੇ ਕੋਈ ਕਮੀ ਨਜ਼ਰ ਆਈ ਹੈ, ਕੋਈ ਇਹਨਾਂ ਨੇ ਗਲਤੀ ਕੀਤੀ ਹੋਵੇ ਦੁਬਈ ਨੂੰ ਡਿਵੈਲਪ ਕਰਨ ਦੇ ਵਿੱਚ, ਦੁਬਈ ਨੂੰ ਬਣਾਉਣ ਦੇ ਵਿੱਚ? ਇਹ ਇਤਨੇ ਬੜੇ ਬੜੇ ਜਿਹੜੇ ਇਹਨਾਂ ਨੇ ਪਲਾਜ਼ੇ ਬਣਾਏ ਨੇ, ਠੀਕ ਹੈ, ਸੜਕਾਂ ਬਣਾਈਆਂ ਨੇ, ਇਨਫਰਾਸਟ੍ਰਕਚਰ ਪੂਰੇ ਦਾ ਪੂਰਾ ਡਿਜ਼ਾਈਨ ਕੀਤਾ, ਪੂਰਾ ਸ਼ਹਿਰ ਬਣਾਇਆ, ਮਾਰਕੀਟਾਂ, ਦੁਕਾਨਾਂ, ਹਸਪਤਾਲ, ਇਹ ਸਾਰੇ ਜੋ ਕੁਝ ਇਹਨਾਂ ਨੇ ਡਿਜ਼ਾਈਨ ਕੀਤਾ, ਇਹਦੇ ਵਿੱਚ ਤੁਹਾਨੂੰ ਕੋਈ ਖਾਮੀ ਕਮੀ ਨਜ਼ਰ ਆਉਂਦੀ ਹੈ? ਨਹੀਂ ਜੀ, ਮਾਸ਼ਾਅੱਲਾ ਬੜੇ ਬਿਹਤਰੀਨ ਨੇ ਕੀਤਾ ਜੀ ਕੰਮ। ਜਿੰਨੀਆਂ ਬਿਲਡਿੰਗਾਂ ਬਣਾਈਆਂ ਨੇ, ਬਿਹਤਰੀਨ ਬਿਲਡਿੰਗਾਂ ਬਣੀਆਂ ਹੋਈਆਂ ਇੱਥੇ, ਵੱਧ ਤੋਂ ਵੱਧ ਖੂਬਸੂਰਤ ਬਿਲਡਿੰਗ ਇੱਥੇ ਬਣੀ ਹੋਈ ਹੈ ਜੀ। ਤੇ ਤੁਸੀਂ ਕੀ ਫਰਦਰ ਤੁਹਾਡੀ ਜ਼ਿੰਦਗੀ ਦੇ ਕੀ ਪਲਾਨਸ ਨੇ? ਇਹ ਨਵਾਂ ਸਾਲ ਚੜ ਗਿਆ ਤੇ ਇਸ ਅਗਲੇ ਸਾਲ ਦੇ ਵਿੱਚ ਤੁਹਾਡੇ ਕੀ ਮਨਸੂਬੇ ਨੇ? ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਬਣਨਾ ਚਾਹੁੰਦੇ ਹੋ, ਕੀ ਸੋਚ ਰੱਖਦੇ ਹੋ ਪਾਕਿਸਤਾਨ ਵਾਸਤੇ, ਦੁਬਈ ਵਾਸਤੇ, ਲੋਕਾਂ ਵਾਸਤੇ ਅਤੇ ਆਪਣੇ ਵਾਸਤੇ ਕੀ ਕਰਨਾ ਚਾਹੁੰਦੇ ਹੋ ਤੁਸੀਂ? इंशाल्लाह जी अल्लाह ताला करम करेगा, कोशिश कोई अपना बिजनेस करेंगे। गुड। ਤੇ ਕਿਸ ਕਿਸਮ ਦਾ ਬਿਜ਼ਨਸ ਤੁਸੀਂ ਸੋਚ ਰੱਖਿਆ ਹੈ? बस कोई प्लान कर रहे हैं, तो दोस्तों के साथ मिलकर इंशाल्लाह कोई अल्लाह बेहतर ही करेगा। ਚਲੋ ਦੋਸਤੋ, ਅੱਜ ਸਾਡੇ ਨਾਲ ਮਾਹਰ ਨਾਸਰ ਸਾਹਿਬ ਨੇ, ਔਰ ਮਾਹਰ ਨਾਸਰ ਸਾਹਿਬ ਪਾਕਿਸਤਾਨ ਤੋਂ ਤਲਕ ਰੱਖਦੇ ਨੇ, ਚੀਚਾ ਵਤਨੀ ਤੋਂ, ਤੇ ਇਹਨਾਂ ਨੇ ਦੁਬਈ ਦੇ ਬਾਰੇ 'ਚ ਕੁਝ ਅਵੇਅਰਨੈਸ ਦਿੱਤੀ ਹੈ, ਅੱਛੀਆਂ ਅੱਛੀਆਂ ਗੱਲਾਂ ਦੱਸੀਆਂ ਨੇ, ਔਰ ਇਹ ਵੀ ਦੱਸਿਆ ਹੈ ਕਿ ਦੁਬਈ ਜਿਹੜਾ ਉਹ ਬਹੁਤ ਖੂਬਸੂਰਤ ਹੈ। ਇੱਥੇ ਜਿਸ ਬੰਦੇ ਨੂੰ ਜਿਹਦੇ ਕੋਲ ਪੈਸੇ ਹੈ ਨੇ, ਤਾਲੀਮ ਹੈ, ਸਮਝ ਹੈ, ਪ੍ਰੋਫੈਸ਼ਨਲ ਹੈ, ਉਹਨੂੰ ਤੇ ਲਾਜ਼ਮੀ ਆਉਣਾ ਚਾਹੀਦਾ, ਹਰ ਸੂਰਤ ਆਉਣਾ ਚਾਹੀਦਾ, ਔਰ ਜਿਹਦੇ ਕੋਲ ਨਹੀਂ ਹੈ ਉਹਨੂੰ ਇਹ ਸਕਿੱਲ ਹਾਸਲ ਕਰਨੀ ਚਾਹੀਦੀ ਹੈ, ਤਰਬੀਅਤ ਹਾਸਲ ਕਰਨੀ ਚਾਹੀਦੀ ਹੈ, ਇਲਮ ਹਾਸਲ ਕਰਨਾ ਚਾਹੀਦਾ, ਤਜਰਬਾ ਹਾਸਲ ਕਰਨਾ ਚਾਹੀਦਾ, ਔਰ ਫਿਰ ਦੁਬਈ ਆਉਣਾ ਚਾਹੀਦਾ। ਤੇ ਮੇਰੀ ਤਰਫੋਂ ਤੇ ਨਾਸਰ ਭਾਈ ਦੋਵਾਂ ਦੀ ਤਰਫੋਂ ਸਾਰੇ ਪਾਕਿਸਤਾਨ ਨੂੰ ਤੇ ਸਾਰੇ ਦੁਨੀਆ ਦੇ ਇਨਸਾਨਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ, ਤੇ ਇਸ ਦੁਆ ਦੇ ਨਾਲ ਇਸ ਪ੍ਰੋਗਰਾਮ ਦਾ ਇਖਤਤਾਮ ਕਰਦੇ ਹਾਂ ਕਿ ਅੱਲਾਹ ਤਾਲਾ ਹਰ ਇਨਸਾਨ ਨੂੰ, ਹਰ ਪਾਕਿਸਤਾਨੀ ਨੂੰ, ਕਿਉਂਕਿ ਸਾਡਾ ਤਲਕ ਪਾਕਿਸਤਾਨ ਨਾਲ ਹੈ ਤੇ ਅਸੀਂ ਪਾਕਿਸਤਾਨੀਆਂ ਵਾਸਤੇ ਖਸੂਸੀ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਸਾਨੂੰ ਇਸ ਸਾਲ ਤਰੱਕੀ ਕਰਨ ਦਾ ਮੌਕਾ ਦੇਵੇ, ਸਾਨੂੰ ਸਮਝ ਦੇਵੇ, ਅਸੀਂ ਆਪਣੀਆਂ ਸਲਾਹੀਤਾਂ ਤੋਂ ਕੰਮ ਲੈ ਕੇ ਤਰੱਕੀ ਕਰੀਏ, ਆਪਣੀ ਜ਼ਿੰਦਗੀ ਨੂੰ ਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਈਏ। ਮੈਂ ਦੁਬਈ ਦੇ ਵਿੱਚ ਇਹ ਦੇਖਿਆ ਕਿ ਲੋਕ
ਆਪਣੇ ਕੰਮ ਨਾਲ ਕੰਮ ਰੱਖਦੇ ਨੇ, ਖਾਮਖਾ ਦੂਜੇ ਦੇ ਮਾਮਲਾਤ ਵਿੱਚ ਲੱਤ ਨਹੀਂ ਅੜਾਉਂਦੇ। ਇਹ ਜਿਹੜੇ ਸਾਡੀ ਆਦਤ ਹੈ ਕਿ ਅਸੀਂ ਜਗ੍ਹਾ ਜਗ੍ਹਾ ਗੰਦਗੀ ਫੈਲਾਉਂਦੇ ਹਾਂ, ਬਹੁਤ ਜ਼ਿਆਦਾ ਸਫਾਈ, ਬਹੁਤ ਜ਼ਿਆਦਾ ਤਰੀਕਾ, ਹਰ ਕੰਮ ਦਾ ਇੱਕ ਸਲੀਕਾ, ਇੱਕ ਤਰੀਕਾ ਹੈ, ਔਰ ਉਹਦੀ ਵਜ੍ਹਾ ਤੋਂ ਦੁਬਈ ਹੈ। ਤੇ ਹੈਰਾਨਗੀ ਮੈਨੂੰ ਇੱਥੇ ਆ ਕੇ ਇਹ ਹੋਈ ਕਿ ਦੁਬਈ ਨੇ ਵਹਿਸ਼ੀਆਂ ਨੂੰ, ਮੈਂ ਇਹ ਗੈਰ ਪਾਰਲੀਮਾਨੀ ਅਲਫਾਜ਼ ਇਸਤੇਮਾਲ ਕਰ ਰਿਹਾ, ਲੇਕਿਨ ਇਹ ਮਜਬੂਰੀ ਹੈ, ਇਹ ਹਕੀਕਤ ਹੈ ਕਿ ਵਹਿਸ਼ੀਆਂ ਨੂੰ ਇਨਸਾਨ ਬਣਾ ਦਿੱਤਾ। ਅਸੀਂ ਆਪਣੇ ਮੁਲਕ ਦੇ ਵਿੱਚ ਜਗ੍ਹਾ ਜਗ੍ਹਾ ਕਚਰਾ ਸੁੱਟ ਦਿੰਦੇ ਹਾਂ, ਛਾਪਰ ਸੁੱਟ ਦਿੰਦੇ ਹਾਂ, ਚੀਜ਼ਾਂ ਖਾ ਕੇ ਉਹਨਾਂ ਦੇ ਖਾਲੀ ਰੈਪਰ ਜਿੱਥੇ ਮਰਜ਼ੀ ਸੜਕ ਤੇ ਸੁੱਟ ਦਿੰਦੇ ਹਾਂ, ਲੇਕਿਨ ਦੁਬਈ ਦੇ ਵਿੱਚ ਐਸਾ ਨਹੀਂ ਹੈ। ਇੱਕ ਪ੍ਰੋਪਰ ਨਿਜ਼ਾਮ ਹੈ। ਡਸਟਬਿਨ ਦੇ ਵਿੱਚ ਆਮ ਲੋਕ, ਆਮ ਪਾਕਿਸਤਾਨੀ, ਆਮ ਇੰਡੀਅਨ ਜਿਹੜੇ ਆਪਣੇ ਮੁਲਕ ਵਿੱਚ ਕੋਈ ਕੇਅਰ ਨਹੀਂ ਕਰਦੇ, ਉਹ ਦੁਬਈ ਆ ਕੇ ਕੇਅਰ ਕਰਦੇ ਨੇ। ਇੱਥੇ ਬੜੇ ਹੈਵੀ ਜੁਰਮਾਨੇ ਨੇ ਪਾਰਕਿੰਗ ਦੇ, ਅਗਰ ਤੁਸੀਂ ਪੇ ਨਹੀਂ ਕਰੋਗੇ ਪਾਰਕਿੰਗ ਤੇ ਉਹਦਾ ਜੁਰਮਾਨਾ ਗਾਲਬਨ 400 ਦਿਰਹਮ ਹੈ। ਤੇ ਛੋਟੇ ਛੋਟੇ ਜਿਹੜੇ ਮਾਮਲਾਤ ਨੇ, ਹਰ ਮਾਮਲੇ ਤੋਂ ਉਹਨਾਂ ਨੇ ਜੁਰਮਾਨੇ ਰੱਖੇ ਨੇ, ਔਰ ਸ਼ਹਿਰੀ ਬੜਾ ਸੇਫ ਮਹਿਸੂਸ ਕਰਦੇ ਨੇ ਇਸ ਸ਼ਹਿਰ ਵਿੱਚ ਆ ਕੇ। ਇੱਥੇ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਰਾਤ ਦੇ 2 ਵਜੇ ਜਾਓ, ਸਵੇਰ ਦੇ 4 ਵਜੇ ਜਾਓ ਜਾਂ ਦਿਨ ਦੇ 6 ਵਜੇ ਜਾਓ, ਤੁਹਾਨੂੰ ਕਿਸੇ ਵਕਤ ਕੋਈ ਪ੍ਰੋਬਲਮ ਨਹੀਂ ਹੈ। ਤੁਹਾਨੂੰ ਇਹ ਖਤਰਾ ਨਹੀਂ ਹੈ ਕਿ ਮੇਰਾ ਮੋਬਾਈਲ ਕੋਈ ਖੋ ਕੇ ਲੈ ਜਾਏਗਾ, ਮੈਨੂੰ ਕੋਈ ਟੱਕਰ ਮਾਰ ਦੇਗਾ। ਉਹ ਸਭ ਤੋਂ ਬੜੀ ਖੂਬਸੂਰਤ, ਆਲਾ, ਅੱਛੀ, ਬਿਹਤਰੀਨ ਗੱਲ ਇਹ ਹੈ ਕਿ ਇੱਥੇ ਅਗਰ ਤੁਸੀਂ ਕੋਈ ਸੜਕ ਕ੍ਰਾਸ ਕਰ ਰਹੇ ਹੋ ਔਰ ਜ਼ੇਬਰਾ ਕ੍ਰਾਸਿੰਗ ਤੇ ਤੁਸੀਂ ਪੈਰ ਰੱਖ ਦਿੱਤਾ ਤੇ ਆਉਣ ਵਾਲੀ ਟ੍ਰੈਫਿਕ ਜਿਹੜੀ ਹੈ ਉਹ ਰੁਕ ਜਾਏਗੀ, ਉਹ ਤੁਹਾਡਾ ਇਤਰਾਮ ਕਰੇਗੀ, ਉਹ ਤੁਹਾਨੂੰ ਪਹਿਲੇ ਗੁਜ਼ਰਨ ਦਾ ਰਸਤਾ ਦੇਗੀ ਤੇ ਉਸ ਤੋਂ ਬਾਅਦ ਟ੍ਰੈਫਿਕ ਚਲੇਗੀ। ਤੇ ਇਹ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਆਪਣੇ ਮੁਲਕ ਵਿੱਚ ਵੀ, ਆਪਣੇ ਸੋਹਣੇ ਪਾਕਿਸਤਾਨ ਵਿੱਚ ਇਸੇ ਤਰ੍ਹਾਂ ਦੇ ਕਵਾਨੀਨ ਤੇ ਅਮਲ ਕਰੀਏ ਤੇ ਗੰਦਗੀ ਤੋਂ, ਬਦ ਤਹਿਜ਼ੀਬੀ ਤੋਂ ਬਚੀਏ। ਤੇ ਅਗਰ ਅਸੀਂ ਇਹ ਕਰਾਂਗੇ ਤੇ ਸਾਡਾ ਮੁਲਕ ਵੀ ਦੁਬਈ ਵਰਗਾ ਹੋ ਜਾਏਗਾ। ਇਹਦੇ ਨਾਲ ਹੀ ਰਾਜਾ ਪਾਕਿਸਤਾਨੀ ਨੂੰ ਇਜਾਜ਼ਤ ਦਿਓ, ਆਪਣਾ, ਸਾਰੇ ਪਾਕਿਸਤਾਨ ਦਾ ਤੇ ਸਭ ਇਨਸਾਨਾਂ ਦਾ ਖਿਆਲ ਰੱਖਣਾ ਜੀ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।